Good morning, students. Today we are going to start with the next topic of group theory, that is normal subgroups. So normal subgroup ਕੀ ਹੁੰਦੇ ਆ ਉਹਦੇ ਲਈ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਰਾਈਟ ਕੋਸੈਟ ਤੇ ਲੈਫਟ ਕੋਸੈਟਸ ਕੀ ਹੁੰਦੇ ਆ। ਉਹ ਆਪਾਂ ਕੀਤਾ ਹੋਇਆ ਕਿ ਅਗਰ H subgroup ਹੈ of some group G and A is some element of G, then H into A and A into H। अगर ਜਿਹੜਾ ਸਾਡਾ ਬਾਈਨਰੀ ਆਪਰੇਸ਼ਨ ਹੈ ਗਰੁੱਪ ਨੂੰ ਡਿਫਾਈਨ ਕਰਨ ਲੱਗੇ ਜਿਹੜਾ ਆਪਾਂ ਲਿਆ ਸੀ ਜਿਹੜਾ ਗਿਵਨ ਸੀਗਾ ਅਗਰ ਉਹ ਮਲਟੀਪਲੀਕੇਸ਼ਨ ਹੈ then we write in this way। so H ਕੀ ਹੁੰਦਾ ਹੈ ਜਦੋਂ ਆਪਾਂ H ਦੇ ਐਲੀਮੈਂਟਸ ਨੂੰ A ਨਾਲ ਮਲਟੀਪਲਾਈ ਕਰ ਦਿੰਦੇ ਆ where H belongs to capital H and here also where H belongs to capital H। ਆ ਦੋ ਰਾਈਟ ਕੋਸੈਟ ਹੁੰਦੇ ਆ ਠੀਕ ਹੈ ਤੇ ਇਹਨੂੰ ਕਿਉਂਕਿ ਇੱਧਰ ਪਾਸੇ ਰਾਈਟ ਸਾਈਡ ਤੇ ਮਲਟੀਪਲਾਈ ਹੋਇਆ ਤਾਂ ਇਸ ਕਰਕੇ ਇਹਨੂੰ ਰਾਈਟ ਕੋਸੈਟ ਤੇ ਇਹਨੂੰ ਆਪਾਂ ਲੈਫਟ ਕੋਸੈਟ ਕਹਿੰਦੇ ਆ ਠੀਕ ਹੈ ਤੇ ਅਗਰ ਕਿਸੇ ਵੀ ਸਬ ਗਰੁੱਪ ਦੇ ਲਈ ਲੈਫਟ ਤੇ ਰਾਈਟ ਕੋਸੈਟ ਇਕੁਅਲ ਹੈ ਫॉर all elements of G, then that H is called normal subgroup। normal subgroup of G ठीक है और इन्हों ਆਪਾਂ ਇਦਾਂ ਲਿਖਦੇ this is the symbol of normal। ਜੇ ਸਿਰਫ ਆ ਪਾਇਆ ਇਹਦਾ ਮਤਲਬ ਹੁੰਦਾ ਸਬ ਗਰੁੱਪ ਤੇ ਜੇ ਆ ਸਿੰਬਲ ਪਾਇਆ ਦਾ ਮਤਲਬ ਹੁੰਦਾ ਨਾਰਮਲ ਸਬ ਗਰੁੱਪ ਠੀਕ ਹੈ। ਅਗਰ ਕਿਸੇ ਸਬ ਗਰੁੱਪ ਦੇ ਰਾਈਟ ਤੇ ਲੈਫਟ ਕੋਸੈਟ ਇਕੁਅਲ ਹੈ for all elements of A in G। ਅਗਰ ਇਹ ਮਲਟੀਪਲੀਕੇਸ਼ਨ ਦੀ ਬਜਾਏ ਐਡੀਸ਼ਨ ਆਪਰੇਸ਼ਨ ਹੋਵੇ ਤਾਂ ਆਪਾਂ ਕਹਿੰਦੇ ਆ H plus A is equal to A plus H for all A belongs to G। ਤਾਂ ਇਹ ਐਡੀਸ਼ਨ ਦੇ ਲਈ ਹੁੰਦਾ ਹੈ ਕਿ ਅੰਡਰ ਐਡੀਸ਼ਨ ਅਗਰ ਗਰੁੱਪ ਸਾਨੂੰ ਡਿਫਾਈਨ ਹੈ ਤਾਂ ਨਾਰਮਲ ਸਬ ਗਰੁੱਪ ਦੇ ਲਈ ਅੰਡਰ ਐਡੀਸ਼ਨ ਹੀ ਆਪਾਂ ਇਹ ਕੋਸੈਟ ਦਾ ਆਪਰੇਸ਼ਨ ਲਗਾਉਣਾ ਹੈ। ਹੁਣ ਇਹਦੇ ਵਿੱਚ ਦੇਖੀਏ ਕਿ ਅਗਰ G ਅਬਿਲੀਅਨ ਹੈ ਅਗਰ ਅਬਿਲੀਅਨ ਗਰੁੱਪ ਹੈ ਤਾਂ ਫਿਰ ਤਾਂ H into A ਜਾਂ A into H ਹਮੇਸ਼ਾ ਇਕੁਅਲ ਹੀ ਹੋਣਾ for all H and for all A in G and for all H in H। तो फिर क्या होएगा H A H दे इक्वल ही आएगा फॉर ऑल ए। तो ਇਹਦਾ मतलब अबिलियन ग्रुप अगर है तो ਉਹਦਾ कोई भी सब ग्रुप हमेशा नॉर्मल होएगा। सो एवरी सब ग्रुप of an abelian group is normal, right? Now let us see this very important theorem, or it is the criteria to check whether a given subgroup is normal or not। So एक तो ਆਪਾਂ normal ਦੀ ਜਿਹੜੀ definition ਕੀਤੀ ਹੈ ਉਹਦੇ accordingly H ਅਗਰ normal subgroup ਹੈ G ਦਾ ਤਾਂ ਕੀ ਹੋਏਗਾ H into A ਲਿਖ ਲਓ ਜਾਂ ਇਸ ਕੇਸ ਦੇ ਵਿੱਚ ਜਦੋਂ ਆਪਾਂ G ਲਿਆ ਨਾ ਕੈਪੀਟਲ G ਦਾ ਐਲੀਮੈਂਟ ਤਾਂ H into G is equal to G into H। So this is the definition। Now we have to prove this theorem that H is a subgroup of G, it is normal if and only if G H G inverse ਇਸ ਤਰ੍ਹਾਂ ਦਾ ਜਿਹੜਾ ਐਲੀਮੈਂਟ ਆਏਗਾ ਉਹ H ਦਾ ਹੋਏਗਾ if small h is the element of capital H and small g is the element of capital G। So ਕਿਉਂਕਿ if and only if ਕੰਡੀਸ਼ਨ ਆ ਤਾਂ ਇਹਨੂੰ ਆਪਾਂ both way ਪ੍ਰੂਵ ਕਰਨਾ ਮੀਨਸ ਇੱਕ ਪਹਿਲਾਂ ਆਪਾਂ ਨਾਰਮਲ ਇਹਨੂੰ ਸਪੋਜ਼ ਕਰਕੇ ਆ ਚੀਜ਼ ਪ੍ਰੂਵ ਕਰ ਦਾਂਗੇ ਕੰਡੀਸ਼ਨ ਸੈਕੰਡਲੀ ਆਪਾਂ ਇਹਨੂੰ ਕੰਡੀਸ਼ਨ ਨੂੰ ਸਪੋਜ਼ ਕਰਕੇ ग्रुप नु सब ग्रुप नु नॉर्मल प्रूव कर देंगे। बोथ वे वी हैव टू प्रूव द रिजल्ट। तो फर्स्टली प्रूफ दे विच लेट H इज सिंबल्स लिख लो चाहे H इज नॉर्मल सब ग्रुप ऑफ G, देयरफॉर H G is equal to G H for all G belongs to capital G, right? Now H G ਜਾਂ GH whatever the element we take, if we take क्योंकि ਇੱਥੇ G है ना और GH है तो ਆਪਾਂ GH element ਲੈ ਲੈਂਦੇ ਜਿਹੜਾ GH element ਹੋਏਗਾ that will be the element of this G into H ਇਹਦਾ element ਹੋਏਗਾ ਕਿਉਂਕਿ ਜੋ ਆਪਾਂ ਕੋਸੈਟ ਦੀ ਡੈਫੀਨੇਸ਼ਨ ਕੀਤੀ ਉਹਦੇ ਅਕੋਰਡਿੰਗਲੀ G into H ਦੇ element ਹੋਣੇ G ਉਸ ਤੋਂ ਬਾਅਦ element H ਦਾ ਕਿਉਂਕਿ A equal ਹੈ HG ਦੇ according to this result ਆਪਾਂ ਇਹਨੂੰ equal ਲਿਖਿਆ ਤੇ ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜਾ GH ਹੈ element ਉਹ ਇਸ ਕੋਸੈਟ ਦਾ ਵੀ ਐਲੀਮੈਂਟ ਹੈ ਬਟ ਇਸ ਕੋਸੈਟ ਦੇ ਜਿਹੜੇ ਐਲੀਮੈਂਟ ਹੈ ਉਹ ਕਿੱਦਾਂ ਦੇ ਹੋਣਗੇ ਇਹਦੇ ਐਲੀਮੈਂਟ ਉਹ ਹੁੰਦੇ ਆ H ਤਾਂ ਆਪਾਂ ਲੈ ਚੁੱਕੇ ਥੇ H1 ਲੈ ਲੈਣਾ H1G। ਸੋ ਵੇਅਰ H1 ਜਿਹੜਾ ਹੈ ਉਹ ਐਲੀਮੈਂਟ H ਦਾ ਹੈ।
ठीक है। ਹੁਣ ਇਹਦੇ ਵਿੱਚ ਇਸ ਰਿਜ਼ਲਟ ਦੇ ਵਿੱਚ ਆਪਾਂ ਕੀ ਕਰਨਾ ਆ, ਦੋਨੋਂ ਸਾਈਡ ਪੋਸਟ ਮਲਟੀਪਲਾਈ ਨੂੰ ਕਹਿੰਦੇ ਆ। ਪੋਸਟ ਮਤਲਬ ਪਿੱਛੇ ਮਲਟੀਪਲਾਈ ਕਰਨਾ, ਪੋਸਟ ਮਲਟੀਪਲਾਈ ਬਾय ਜੀ ਇਨਵਰਸ, ਠੀਕ ਹੈ। ਜੀ ਇਨਵਰਸ ਨਾਲ ਮਲਟੀਪਲਾਈ ਕਰ ਦੇਣਾ, ਦੇਖੋ ਇੱਥੇ ਜੀ ਇਨਵਰਸ ਨਾਲ ਮਲਟੀਪਲਾਈ ਕਰ ਦੇਣਾ, ਇੱਥੇ ਵੀ ਜੀ ਇਨਵਰਸ ਨਾਲ ਮਲਟੀਪਲਾਈ ਕਰ ਦੇਣਾ। ਸਾਡੇ ਕੋਲ ਕੀ ਆਏਗਾ, ਜੀ ਐਚ ਜੀ ਇਨਵਰਸ ਇੱਧਰ ਤੇ ਦੂਜੇ ਪਾਸੇ ਕੱਲਾ H1, ਕਿਉਂਕਿ G ਇੰਟੂ ਜੀ ਇਨਵਰਸ ਜਿਹੜਾ ਆਇਡੈਂਟੀਟੀ ਬਣ ਜਾਣਾ, E ਬਣ ਜਾਣਾ ਆ, ਤੇ E इंटू H1 इज H1, तो H1 ਕਿਹਦਾ एलिमेंट ਸੀ, कैपिटल H ਦਾ। सो दिस इज व्हाट वी हैव टू शो कि G H G इनवर्स एलिमेंट H ਦਾ आएगा if and only if H is normal. So that proves the first part. Now let us see the second part. For the converse part, let H be a subgroup of G such that G H G inverse belongs to H for all H belongs to capital H and G belongs to capital G. So this we have taken as the assumption, and we will prove, what we have to prove is H is normal, or we can show this HG is equal to GH. This is our purpose to solve, to prove HG is equal to GH. This is we have taken as given. So now we'll start. Let G be some element of capital G, then by this thing G H G inverse belongs to H, because it is what we have taken as given. For H belongs to capital H. Now this element GH, this belongs to G into H, the coset, which can be written as, this element can be written as GH G inverse G. If we multiply this with G inverse G, which is an entity, then this is the answer. This is going to be same. Now we put the bracket around these elements into this G. Now this is the element as we have taken. This is true that this is the element of H. This is the element of H. So this belongs to H into G. So what we have done, we have taken one element from GH, and that element in HG means GH is subset of HG. This is the way of proving a subset. We take one element from this, ਤੇ ਉਹ ਦੂਸਰੇ ਪਾਸੇ ਇਸ set ਦਾ element ਬਣ ਗਿਆ, तो ਇਹ ਹੋ ਗਿਆ। We name this as number 1. Now we will do the same thing for HG. Now for this, take G1 as G inverse. We have taken G inverse as G1. Right? This is the element of capital G. Now, according to our assumption that we have taken, if one element is from G and H is the element from capital H, then G1 H G1 inverse must be the element of G. Right? Now this element G1 H G1 inverse, this element can be written as G1 is G inverse, so we write it G inverse H as it is, G1 inverse, if we put inverse on both sides it will be G only. So this is the element which belongs to this, here we have to write H. This is the element of H. According to the given assumption, this is the element of H. Right? So this is the element of H. Right? Now H into G is the element of H into G, the coset, and this can be written as, this H into G can be written as G into G inverse HG. So HG is multiplied with this element G into G inverse, because this is identity, this is not going to change this. Now put the bracket around these three elements. So this is the element which is written here, which is the element of H, and it is multiplied with G
तो this is the element of GH. So what we have written, this element HG ਇਹ कैपिटल HG ਦਾ एलिमेंट ਸੀਗਾ, तो ਇਹਦੀ वैल्यू ਨੂੰ ਆਪਾਂ रीरिटन करके की ਕੀਤਾ, GH ਦਾ एलिमेंट बन गया। तो कहने का मतलब ये कि HG इज अ सबसैट ऑफ GH, कि एक HG ਦੇ ਵਿੱਚੋਂ एलिमेंट लिया वो दूसरे पासे ਸੀਗਾ, तो मतलब ये सबसैट हो गया। तो ਹੁਣ ਇਹਨੂੰ नंबर 2 नाम दे दो। नंबर 1 ਤੇ नंबर 2 ਦੇ ਵਿੱਚ ਕੀ ਦੋਨੋਂ ਇੱਕ ਦੂਜੇ ਦੇ सबसैट है, तो दो सैट अगर एक दूजे ਦੇ सबसैट ਹੋਣ तो दोनों इक्वल होंगे। तो फ्रॉम 1 and 2 वी कैन से HG is equal to GH for all G belongs to capital G. Therefore, H is normal subgroup of G. So this is what we have to show. Now see this very important example. If H is a subgroup, this is a symbol of subgroup of G, and if X square belongs to H for all X belongs to G, then H is a normal subgroup. This is the symbol of normal subgroup. So एक सिंपल सबग्रुप नॉर्मल सबग्रुप बन जाएगा अगर X दा स्केयर जो H चाहता है, X is some element of G. So to prove this result, let G be the element of capital G and small h be the element of capital H. प्रूव असी करना है कि एच जी तो नॉर्मल होवेगा, मतलब आप प्रूव की करना चाहते हैं कि जी एच जी इनवर्स एच नु बिलोंग करे फॉर ऑल एच बिलोंग्स टू कैपिटल एच एंड जी बिलोंग्स टू कैपिटल जी, बिकॉज ऑफ द क्राइटेरिया जो आप हुणे प्रूव करके हटे क्राइटेरिया इत्थे अप्लाई करांगे कि नॉर्मल होने दे लिए कंडीशन जिहड़ी है वो होल्ड करती है। तो नॉर्मल प्रूव करने दे लिए आ चीज प्रूव करनी है, तो इनू प्रूव करने दे लिए की करांगे कि जी एच जी इनवर्स जिहड़ा इनू आपां इदां लिख सकदे जी एच इनवर्स जी रेज़ टू पावर -2, क्योंकि जो आप इनू सिंपलीफाई करना जिहड़ा एच इंटू एच इनवर्स आइडेंटिटी बन जाना, ठीक है। तो जी रेज़ टू पावर -2 जी ये आ गया, हुण जी इंटू ई तो जी रह जाएगा, जी एच जी जी दी पावर -2, हुण जी दी पावर 1 ते जी दी पावर -2 ये बन जाएगा जी एच जी इनवर्स। तो इसी एलिमेंट को आपां इदां लिख लिया, ठीक है। तो इदां लिखण दे नाल की होएगा कि वी कैन राइट दिस एज जी एच दो बारी आंदा तो जी एच दा स्केयर पा दो, एच इनवर्स आ वाला आ गया, ठीक है। आ दोनों दा स्केयर मतलब इकट्ठे लिख लिया, स्केयर हो गया। तो इनू आपां लिख सकदे आ जी इनवर्स दा स्केयर। सो इस तरीके नाल आपां एलिमेंट्स नू लिख लिया। ना हुण इत्थे देखो कि जिहड़ा ये एलीमेंट है जी ते एच, जी ते एच दोनों सैपरेटली एलीमेंट जी ते एच दे सीगे, दोनों एलीमेंट एक्चुअली जी दे ही एलीमेंट है, ठीक है, क्योंकि एच भी तो जी दा सब ग्रुप है ना। तो अगर कोई एलीमेंट जी दा तो उसदा स्केयर की होएगा, जिहड़ा उसदा स्केयर होएगा वो एच च आएगा। दिस इज गिवन कि अगर एक्स एलीमेंट जी च है तो स्केयर करांगे तो एच च बन जाना, तो आ एलीमेंट जी दा तो उसदा स्केयर एच च आएगा। जिहड़ा एच है वो तो एलीमेंट है ही एच दा, तो उसदा इनवर्स भी एच च ही आएगा क्योंकि एच इज अ सब ग्रुप। उस तो बाद जिहड़ा हुण जी इनवर्स है ये एलीमेंट है जी दा, ते इहदा जदों स्केयर करांगे ए भी आएगा एच दे विच, क्योंकि अकॉर्डिंग टू दिस कंडीशन इफ एलिमेंट इन जी देन इट्स स्केयर इज इन एच। तो आपां ये देख लिया कि आ एलीमेंट भी एच दा ही आ, ठीक है, आ तो एच दा हैगा ही सी पहले, आ भी किसी एलीमेंट का स्केयर है, तो एच दे तीनों एलीमेंट है, तो तीनों मल्टीप्लाई करांगे तां भी साडे कोल एच दा ही एलीमेंट आएगा। तो अल्टीमेटली साडे कोल की आ गया कि जी एच जी इनवर्स इज द एलीमेंट ऑफ एच विच प्रूव दैट एच इज नॉर्मल subgroup of G. That's all. This was the small example. Now see the next example in which H is subgroup of G of index 2, then we have to prove H is normal. Again we have to prove any subgroup is normal in G if it is of index 2. Index 2 ਦਾ ਮਤਲਬ ਕੀ ਹੁੰਦਾ ਹੈ? Index ਦਾ ਮਤਲਬ ਹੁੰਦਾ number of right or left coset, क्योंकि जिन्ने राइट कोसेट्स होंगे उन्ने लैफ्ट कोसेट्स होंगे आ। तो अगर कोसेट्स जिहड़े आ वो दो है, इंडेक्स 2 का मतलब एक सब ग्रुप दे दो कोसेट्स है जी दे विच, तो फिर नॉर्मल सब ग्रुप ही होएगा, ठीक है। तो इनू आपां प्रूव करना है किस तरीके नाल, नॉर्मल प्रूव करना ना, तो नॉर्मल दे लिए आपां प्रूव करांगे एच एक्स इज इक्वल टू एक्स एच या एच जी इज इक्वल टू जी एच।
क्योंकि नॉर्मल ਤਾਂ ਹੀ ਹੁੰਦਾ ਨਾ अगर राइट ਤੇ ਲੈਫਟ ਕੋਸੈਟ ਬਰਾਬਰ ਹੋਣਾ। ਆਪਾਂ ਇਹਦੇ ਚ ਹੁਣ ਡੈਫੀਨੇਸ਼ਨ ਲਗਾਣੀ ਹੈ ਇਹਦੇ। ਸੋ ਇਹ ਚ ਆਪਾਂ ਇੱਕ ਐਲੀਮੈਂਟ ਲੈ ਲਿਆ x ਸਮ ਐਲੀਮੈਂਟ ਆਫ g, ਠੀਕ ਹੈ। ਤੇ ਹੁਣ ਆਪਣੇ ਕੋਲ ਜਿਹੜਾ ਇੰਡੈਕਸ 2 ਗਿਵਨ ਆ, ਦੋ ਕੋਸੈਟਸ ਆ। ਹੁਣ ਜਿਹੜਾ ਵੀ ਕੋਈ ਐਲੀਮੈਂਟ ਆਪਾਂ g ਦਾ ਲੈਣੇ ਆ ਉਹਦੇ ਤੇ ਦੋ ਪੋਸੀਬਿਲਿਟੀਜ਼ ਅੱਗੇ ਅਰਾਈਜ਼ ਹੁੰਦੀਆਂ, ਜਾਂ ਤਾਂ ਇਹ ਐਲੀਮੈਂਟ ਜਿਹੜਾ x ਆ ਉਹ h ਦਾ ਵੀ ਹੋਏਗਾ, ਜਾਂ ਫਿਰ ਕੇਸ 2 कि x एलिमेंट h ਦਾ नहीं है, ठीक है। तो we have taken one element from G, it will belongs to h or it will not belongs to h, these two are the possibilities। अगर ये h ਦਾ एलिमेंट है ਤਾਂ ਫਿਰ अगर h ਦੇ एलिमेंट ਨੂੰ ही h ਨਾਲ ਮਲਟੀਪਲਾਈ ਕਰਦੇ ਤਾਂ ਸਾਡਾ ਆਨਸਰ h ਹੀ ਆਉਂਦਾ ਹੁੰਦਾ, क्योंकि ये एलिमेंट ਤਾਂ h ਦਾ ਹੀ ਹੈ, ਤਾਂ ਮਰਜ ਹੋ ਜਾਏਗਾ, h ਹੀ ਰਹਿ ਜਾਏਗਾ, ਚਾਹੇ ਉਹਨੂੰ ਆਪਾਂ ਲੈਫਟ ਸਾਈਡ ਤੇ ਮਲਟੀਪਲਾਈ ਕਰੀਏ ਤੇ ਚਾਹੇ ਰਾइट ਸਾਈਡ ਤੇ, ਤਾਂ ਉਹ h ਹੀ ਬਣ ਜਾਣਾ। तो ਇਹਦਾ मतलब ਕੀ ਹੋ ਗਿਆ ਕਿ ਇੱਥੇ ਲਿਖ ਦਿੰਦੇ ਆ ਕਿ hx is equal to xh for all x belongs to g, ਕਿ ਜਿਹੜਾ ਵੀ ਐਲੀਮੈਂਟ x g ਦਾ ਆ ਅਗਰ ਉਹ h ਦੇ ਵਿੱਚ ਵੀ ਆਂਦਾ ਆ ਤਾਂ ਫਿਰ ਉਹਦੇ ਲੈਫਟ ਤੇ ਰਾਈਟ ਕੋਸੈਟ ਇਕੁਅਲ ਹੀ ਆ ਜਾਣੇ ਆ, ਤੇ ਅਗਰ ਇਕੁਅਲ ਆ ਗਏ ਤਾਂ ਫਿਰ h will be normal in g। ਹੁਣ ਆਪਾਂ ਦੇਖਦੇ ਹਾਂ ਦੂਸਰਾ ਕੇਸ, ਅਗਰ x g ਦਾ ਐਲੀਮੈਂਟ ਨਹੀਂ ਹੈ, x h ਦਾ ਐਲੀਮੈਂਟ ਨਹੀਂ ਹੈ, फिर अगर आप x ਨੂੰ h ਨਾਲ ਮਲਟੀਪਲਾਈ ਕਰਦੇ ਨਾ ਫਿਰ h ਦੇ ਬਰਾਬਰ ਨਹੀਂ ਆਏਗਾ, क्योंकि ਇਹਦਾ ਐਲੀਮੈਂਟ ਹੈ ਹੀ ਨਹੀਂ, ਤਾਂ ਡਿਫਰੈਂਟ ਚੀਜ਼ ਬਣੇਗੀ। ਚਾਹੇ ਅਸੀਂ h x ਕਰੀਏ ਤਾਂ ਵੀ ਉਹ h ਦੇ ਬਰਾਬਰ ਨਹੀਂ ਹੋਏਗਾ। ਦੋਨੋਂ ਜਿਹੜੇ ਕੋਸੈਟਸ ਆ hx ਤੇ xh, ਠੀਕ ਹੈ, ਉਹ h ਦੇ ਇਕੁਅਲ ਨਹੀਂ ਹੋਣਗੇ। ਹੁਣ ਆਪਣੇ ਕੋਲ ਕੀ ਆ ਕਿ h g ਡਬਲ ਡਾਟ h ਜਿਹੜਾ ਇੰਡੈਕਸ ਹੈ ਉਹ 2 ਦੇ ਇਕੁਅਲ ਦਿੱਤਾ ਹੋਇਆ, ਜਾਣੀ ਕਿ ਇਹਦੇ ਦੋ ਹੀ ਕੋਸੈਟਸ ਆ, ਰਾਈਟ ਜਾਂ ਲੈਫਟ। ਹੁਣ ਇੱਕ ਤਾਂ ਸਾਡੇ ਕੋਲ h ਇਟਸੈਲਫ ਹੀ ਹੁੰਦਾ, ਜਦੋਂ ਆਪਾਂ ਆਇਡੈਂਟੀਟੀ ਨਾਲ ਮਲਟੀਪਲਾਈ ਕਰਦੇ ਕਿ ਕੋਸੈਟ ਬਣਦਾ ਹੈ h into e, ਜਿਹਨੂੰ h into e ਲਿਖ ਦਿੰਦੇ ਆ, ਜਿਹੜਾ ਕਿ h ਦੇ ਬਰਾਬਰ ਹੁੰਦਾ, ਚਾਹੇ h into e ਕਰੋ ਚਾਹੇ e into h ਕਰੋ, ਇੱਕ ਤਾਂ ਇਹੀ ਹੁੰਦਾ ਕੋਸੈਟ h ਇਟਸੈਲਫ, ਠੀਕ ਹੈ, h ਲਿਖ ਲਿਆ। ਤੇ ਦੂਜਾ ਜਿਹੜਾ ਆ ਉਹ x, ਕਿਉਂਕਿ h ਦਾ ਐਲੀਮੈਂਟ ਨਹੀਂ ਹੈ ਤੇ ਦੂਸਰਾ ਆ ਗਿਆ hx, ਠੀਕ ਹੈ, ਜਾਂ xh ਲਿਖ ਲਈਏ ਤੇ ਇੱਕ ਹੈਗਾ h। ਹੁਣ ਇਹ ਹੈਗੇ ਸਾਡੇ ਰਾਈਟ ਸਾਈਡ ਤੇ x ਮਲਟੀਪਲਾਈ ਕੀਤਾ ਰਾਈਟ ਕੋਸੈਟ ਆ, ਲੈਫਟ ਕੋਸੈਟਸ ਆ, ਤੇ ਜਿੰਨੇ ਵੀ ਰਾਈਟ ਜਾਂ ਲੈਫਟ ਕੋਸੈਟ ਹੁੰਦੇ ਆ ਉਹਨਾਂ ਦੀ ਜਿਹੜੀ ਯੂਨੀਅਨ ਆ ਉਹ ਹੁੰਦੀ ਹੈ ਇਕੁਅਲ ਟੂ g। ਇਹ ਵੀ ਆਪਾਂ ਪ੍ਰੂਫ ਕੀਤਾ ਹੈ, ਦੈਟ ਇਜ਼ ਦੀ ਪ੍ਰੋਪਰਟੀ ਆਫ ਕੋਸੈਟਸ, ਕਿ ਜਿੰਨੇ ਵੀ ਕੋਸੈਟ ਆਏ ਆ ਰਾਈਟ ਜਾਂ ਲੈਫਟ ਉਹਨਾਂ ਦੀ ਯੂਨੀਅਨ g ਦੇ ਬਰਾਬਰ ਹੁੰਦੀ ਹੈ, ਠੀਕ ਹੈ। ਤਾਂ ਇਕੁਅਲ ਹੋ ਗਿਆ। ਹੁਣ ਇਹਨਾਂ ਦੋਨਾਂ ਨੂੰ ਜਦੋਂ ਆਪਾਂ ਇਕੁਅਲ ਕਰਦੇ ਆ h ਯੂਨੀਅਨ hx ਇਜ਼ ਇਕੁਅਲ ਟੂ xh ਯੂਨੀਅਨ h, ਤਾਂ h ਤਾਂ h ਦੇ ਬਰਾਬਰ ਹੈਗੇ ਹੀ ਆ, ਤੇ ਸਾਡੇ ਕੋਲ ਫਿਰ ਕੀ ਆਇਆ hx is equal to xh, ਇਹ ਵੀ ਇਕੁਅਲ ਆ ਗਿਆ। ਤਾਂ ਇਹ ਕੀ ਹੈ, this is the definition of a normal subgroup। so what we get is xh is equal to xh hx for all x belongs to g। अगर x एलिमेंट h नहीं भी है ਤਾਂ ਵੀ ਕੋਸੈਟ ਇਕੁਅਲ ਹੀ ਆਣਗੇ, it means h will be normal in g। so both case ਆਪਾਂ ਇੱਥੇ ਡਿਸਕਸ ਕਰ ਲਏ ਕਿ ਅਗਰ ਇੰਡੈਕਸ 2 ਹੈ ਤਾਂ ਇੱਕ ਐਲੀਮੈਂਟ x g ਦਾ ਲੈਣੇ, ਅਗਰ ਉਹ h ਦਾ ਐਲੀਮੈਂਟ ਵੀ ਹੈ ਤਾਂ ਵੀ ਇਕੁਅਲ ਆਣੇ ਆ ਅਕੋਰਡਿੰਗ ਟੂ ਦਿਸ, ਕਿਉਂਕਿ ਅਗਰ x ਦਾ ਐਲੀਮੈਂਟ ਹੈ ਤਾਂ h ਦੇ ਬਰਾਬਰ ਹੀ ਆ ਜਾਣਾ, ਕੋਸੈਟ ਦੋਨੋਂ ਇਕੁਅਲ ਆ ਜਾਣਗੇ। ਅਗਰ x h ਦਾ ਐਲੀਮੈਂਟ ਨਹੀਂ ਹੈ ਤਾਂ ਫਿਰ hx h ਦੇ ਬਰਾਬਰ ਨਹੀਂ ਆਏਗਾ, ਤਾਂ ਦੋ ਡਿਫਰੈਂਟ ਕੋਸੈਟ ਬਣ ਗਏ, ਆ ਲੈਫਟ ਬਣ ਗਿਆ ਰਾਈਟ ਕੋਸੈਟ ਬਣ ਗਏ, ਤੇ ਦੋਨੋਂ ਕੋਸੈਟ ਦੀ ਯੂਨੀਅਨ ਜਿਹੜੀ g ਦੇ ਬਰਾਬਰ ਹੋਏਗੀ, ਦੋਨੋਂ g ਦੇ ਬਰਾਬਰ ਹੈ ਤਾਂ ਦੋਨੋਂ ਆਪਸ 'ਚ ਵੀ ਇਕੁਅਲ ਹੋਣਗੇ, ਆਪਸ 'ਚ ਇਕੁਅਲ ਹੈ h ਦੇ ਬਰਾਬਰ ਹੈ ਤੇ ਆ ਦੋਨੋਂ ਵੀ ਆਪਸ 'ਚ ਇਕੁਅਲ ਹੋਣਗੇ, ਕਿਉਂਕਿ ਜਿਹੜੇ ਕੋਸੈਟਸ ਆਪਾਂ ਲਿਖਦੇ ਆ ਰਾਈਟ ਜਾਂ ਲੈਫਟ ਉਹ ਡਿਸਜੁਆਇੰਟ ਹੁੰਦੇ ਆ। ਤਾਂ ਇਹ ਦੋਨੋਂ ਡਿਸਜੁਆਇੰਟ, ਇਹਨਾਂ 'ਚ ਕੁਝ ਕਾਮਨ ਨਹੀਂ ਹੈ, ਇਹਨਾਂ ਦੋਨਾਂ 'ਚ ਵੀ ਕੁਝ ਕਾਮਨ ਨਹੀਂ, ਇਸ ਕਰਕੇ ਆ ਦੋਨੋਂ ਇਕੁਅਲ ਹੋਣਗੇ ਤੇ ਆ ਦੋਨੋਂ ਇਕੁਅਲ ਹੈਗੇ ਆ, ਇਹ ਦੋਨੋਂ ਇਕੁਅਲ ਹੈ। ਤਾਂ ਦਿਸ ਇਜ਼ ਦੀ ਡੈਫੀਨੇਸ਼ਨ ਆਫ ਅ ਨਾਰਮਲ ਸਬ ਗਰੁੱਪ which we have proved now।